ਉੱਥੇ ਹਜ਼ੂਰ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਜਿੱਤਾ ਆ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਜੋਗੀ ਲੋਕ ਜੋਗ ਦੀ ਬੜੀ ਗੱਲ ਕਰਦੇ ਆ, ਤੇ ਤੁਸੀਂ ਇੱਕ ਕਿਰਪਾ ਕਰੋ ਸਾਨੂੰ ਜੋਗ ਦੇ ਸੰਬੰਧ ਵਿੱਚ ਦੱਸੋ। ਗੁਰੂ ਸਾਹਿਬ ਉੱਤੇ ਸ਼ਬਦ ਵਰਤਦੇ ਨੇ, ਭਾਈ ਜਿੱਤਾ ਇੱਕ ਕਸ਼ਟ ਜੋਗ ਹੈ, ਇੱਕ ਸਹਿਜ ਜੋਗ ਹੈ। ਚਲੋ ਉਹਦੇ ਲਈ ਹੱਠ ਜੋਗ ਸ਼ਬਦ ਵਰਤਿੰਦਾ ਹੈ, ਸਹਿਜ ਜੋਗ ਹੈ। ਉਸ ਵਿੱਚ ਗੁਰੂ ਜੀ ਯਮ, ਨੇਮ, ਧਿਆਨ, ਧਾਰਨਾ, ਅਸਥਾਨ, ਇਹ ਸਾਰੀ ਡਿਟੇਲ ਜਿਹੜੀ ਵਿਦਾਂਤ ਵਿੱਚ ਹੈ, ਇਹ ਸਤਿਗੁਰੂ ਜੀ ਉਹਨੂੰ ਸਮਝਾਉਂਦੇ ਆ। ਪਰ ਉਹ ਸੁਣਨ ਤੋਂ ਬਾਅਦ ਇਹ ਬੇਨਤੀ ਕਰਦਾ, ਮਹਾਰਾਜ ਤੁਸੀਂ ਇਹ ਕਿਰਪਾ ਕਰੋ, ਮੈਨੂੰ ਇਹ ਸਮਝਾ ਦਿਓ। ਜੱਟ ਬੁੱਧੀ ਮੇਰੀ, ਵੇਖੋ ਜੋ ਸ਼ਬਦ ਉੱਤੇ ਲਿਖੇ, ਮੈਂ ਪਿੰਡ 'ਚ ਰਹਿਣ ਵਾਲਾ, ਮੈਨੂੰ ਸਰਲ ਸ਼ਬਦਾਂ ਸਮਝਾਓ। ਤੇ ਮਹਾਰਾਜ ਕਹਿੰਦੇ ਨੇ, ਅਜਿੱਤਿਆ ਚੇਤੇ ਰੱਖੀ, ਸਾਡੇ ਘਰ 'ਚ ਪ੍ਰੇਮਾ ਭਗਤੀ ਤੇ ਸਹਿਯੋਗ ਨੂੰ ਬੜੀ ਵੱਡੀ ਥਾਂ ਦਿੱਤੀ ਗਈ। ਉੱਥੇ ਫਿਰ ਸਤਿਗੁਰੂ ਜੋ ਉਪਦੇਸ਼ ਦਿੰਦੇ ਆ, ਇਹਨੂੰ ਮੈਂ ਬੜੇ ਸਰਲ ਸ਼ਬਦਾਂ 'ਚ ਸੰਖੇਪ, ਸਭ ਤੋਂ ਪਹਿਲਾਂ ਦਾਤਾਰ ਜੀ ਬਚਨ ਕਰਦੇ ਆ ਕਿ ਪ੍ਰੇਮਾ ਭਗਤੀ ਤੇ ਸਹਿਯੋਗ। ਹਜ਼ੂਰ ਫਰਮਾਉਂਦੇ ਆ ਕਿ ਸਭ ਤੋਂ ਪਹਿਲਾਂ ਜਿੱਤਿਆ ਅਹਿੰਸਾ ਨੂੰ ਆਪਣੇ ਅੰਦਰ ਧਾਰਨ ਕਰਨਾ। ਹੁਣ ਇਸ ਲਫ਼ਜ਼ ਨੂੰ ਸੁਣਿਓ, ਇੱਕ ਸ਼ਬਦ ਹੈ ਹਿੰਸਾ, ਇੱਕ ਸ਼ਬਦ ਹੈ ਅਹਿੰਸਾ। ਮਹਾਰਾਜ ਕਹਿੰਦੇ ਨੇ ਅਹਿੰਸਾ ਨੂੰ ਧਾਰਨ ਕਰਨਾ। ਪੁੱਛਦਾ ਮਹਾਰਾਜ ਇਹ ਕੀ? ਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਿੱਤਿਆ ਹਿੰਸਾ ਤਿੰਨ ਤਰ੍ਹਾਂ ਦੀ ਹੁੰਦੀ ਹੈ, ਆਪਾਂ ਉਹਦੇ ਤੋਂ ਨਿਰਲੇਪ ਰਹਿਣਾ। ਮਹਾਰਾਜ ਤਿੰਨ ਤਰ੍ਹਾਂ ਦੀ ਕਿਵੇਂ? ਸਤਿਗੁਰੂ ਕਹਿੰਦੇ ਆ ਇੱਕ ਹਿੰਸਾ ਉਹ ਵੇ ਕਿ ਜਦੋਂ ਬੰਦਾ ਆਪਣੇ ਮਨ ਕਰਕੇ ਕਿਸੇ ਦਾ ਬੁਰਾ ਹੀ ਸੋਚੀ ਜਾਂਦਾ ਹੈ। ਫਿਰ ਬੇਨਤੀ ਸੁਣੋ, ਇਹ ਹੈ ਹਿੰਸਾ, ਭਾਵੇਂ ਕਿਸੇ ਨੂੰ ਪਤਾ ਨਾ ਲੱਗੇ, ਸਿਰਫ ਉਹਦੇ ਬਾਰੇ ਮਾੜਾ ਹੀ ਸੋਚੀ ਜਾਣਾ, ਇਹਦਾ ਨੁਕਸਾਨ ਹੋ ਜਾਏ, ਇਹ ਬੰਦੇ ਦਾ ਆਹ ਬੁਰਾ ਹੋ ਜਾਏ। ਗੁਰੂ ਸਾਹਿਬ ਕਹਿੰਦੇ ਜਿਹੜਾ ਬੰਦਾ ਭਾਈ ਜਿੱਤਿਆ ਕਿਸੇ ਦੇ ਪ੍ਰਤੀ ਮਨ ਵਿੱਚ ਉਹਦੇ ਨੁਕਸਾਨ ਬਾਰੇ ਸੋਚਦਾ ਹੈ, ਬੁਰਾ ਸੋਚਦਾ ਹੈ, ਇਹ ਹਿੰਸਾ ਹੈ। ਐਸੇ ਕਰਮ ਕਰਨ ਵਾਲੇ ਦਾ ਅੰਦਰ ਕਦੀ ਨਾਮ ਵਿੱਚ ਨਹੀਂ ਟਿਕਦਾ ਹੁੰਦਾ। ਦੇਖੋ ਸੁਖਮਨੀ ਸਾਹਿਬ ਚ ਮਹਾਰਾਜ ਨੇ ਇੱਕ ਬਚਨ ਕਿਹਾ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਹਦਾ ਮਤਲਬ ਤੂੰ ਕਿਸੇ ਦਾ ਬੁਰਾ ਚਿਤਵਨਿਆ ਨਾ, ਮੰਨ ਲਓ ਤੂੰ ਬੁਰਾ ਚਿਤਵਨਾ ਪਿਆ, ਤੇ ਮਹਾਰਾਜ ਕਹਿੰਦੇ ਆ ਇਹਦੇ ਨਾਲ ਇਹ ਇੱਕ ਮਨ ਦੀ ਹਿੰਸਾ ਹੈ, ਇਸ ਨਾਲ ਮਨ ਕਦੀ ਟਿਕੇਗਾ ਨਹੀਂ, ਇਹ ਤੜਫਦਾ ਹੀ ਰਹੇਗਾ। ਇਹਨੂੰ ਸਤਿਗੁਰੂ ਨੇ ਇਸੇ ਕਰਕੇ ਗੁਰਮੁਖੋ ਸਾਡੀ ਜਿਹੜੀ ਦਾਤਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਜਾਂਦੀ, ਜਦੋਂ ਅਰਦਾਸ ਦੀ ਸ਼ਬਦਾਵਲੀ ਸਾਡੇ ਗੁਰਮੁਖਾਂ ਨੇ ਬਣਾਈ, ਤੇ ਇਸ ਵਿੱਚ ਅਖੀਰ ਤੇ ਨਾ ਇੱਕ ਸ਼ਬਦ ਕਹਿ ਕੇ ਉਹਨਾਂ ਸਭ ਕੁਝ ਇਹਦੇ ਵਿੱਚ ਹੀ ਬੰਦ ਕਰ ਦਿੱਤਾ। ਉਹ ਸ਼ਬਦ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹਦਾ ਮਤਲਬ ਮਨ ਕਰਕੇ ਤੂੰ ਭਲਾ ਮੰਗ। ਪਹਿਲੀ ਹਿੰਸਾ ਹੈ ਮਨ ਕਰਕੇ ਬੁਰਾ ਚਿਤਵਨਾ। ਦੂਸਰਾ ਸ਼ਬਦ ਮੈਂ ਬੇਨਤੀ ਕਰਾਂ, ਮਹਾਰਾਜ ਕਹਿੰਦੇ ਆ ਦੂਸਰੀ ਹਿੰਸਾ ਹੈ ਕਿ ਬੰਦਾ ਆਪਣੀ ਜ਼ਬਾਨ ਦੇ ਨਾਲ ਕਿਸੇ ਦੇ ਅੰਦਰ ਨੂੰ ਤੋੜਨ ਦਾ ਯਤਨ ਕਰੇ, ਇਹ ਵੀ ਹਿੰਸਾ ਹੈ। ਇਹਨੂੰ ਅਸੀਂ ਸ਼ਬਦ ਵਰਤਾਂਗੇ ਕਿ ਇਹ ਜ਼ਬਾਨ ਨਾਲ ਕਿਸੇ ਦਾ ਅੰਦਰ ਮੰਨ ਲਓ ਫਿੱਕਾ ਹੀ ਬੋਲ ਦੇਣਾ, ਮਾੜਾ ਝੂਠ ਕਰੋਚ ਬੋਲਣਾ। ਮਹਾਰਾਜ ਕਹਿੰਦੇ ਨੇ ਲੋਕ ਜ਼ਬਾਨ ਕਰਕੇ ਵੀ ਹਿੰਸਾ ਕਰਦੇ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰਮੁਖੋ ਇਸ ਦੀ ਮਹਾਰਾਜ ਨੇ ਬਕਾਇਦਾ ਕਿਹਾ ਕਿ ਜਿਹੜਾ ਬੰਦਾ ਜ਼ਬਾਨ ਨਾਲ ਕਿਸੇ ਦੇ ਅੰਦਰ ਨੂੰ ਸਾੜਦਾ ਹੈ, ਇੱਕ ਗੱਲ ਉਹ ਯਾਦ ਰੱਖੇ, ਉਹਦਾ ਆਪਣਾ ਅੰਦਰ ਖੁਦ ਸੜਿਆ ਹੋਇਆ ਹੈ। ਜਿਹੜਾ ਕਿਸੇ ਨੂੰ ਫਿੱਕਾ ਬੋਲਦਾ ਹੈ, ਉਹਦਾ ਤਨ ਮਨ ਜ਼ਬਾਨ ਸਾਰੇ ਫਿੱਕੇ ਹੀ ਰਹਿੰਦੇ ਆ। ਮਹਾਰਾਜ ਦਾ ਬਚਨ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ। ਮਹਾਰਾਜ ਕਹਿੰਦੇ ਨੂੰ ਫਿੱਕਾ ਕਿਹਾ ਜਾਂਦਾ ਹੈ। ਇਸੇ ਨੂੰ ਗੁਰਦੇਵ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਕਿ ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਈ ਠਾਏ, ਮਾਨਕ ਸਭ ਅਮੋਲਵੇਂ। ਬਾਬਾ ਫਰੀਦ ਜੀ, ਸਭਨਾ ਮਨ ਮਾਨਕ। ਮਹਾਰਾਜ ਕਹਿੰਦੇ ਸਾਰਿਆਂ ਦੇ ਅੰਦਰ ਪਰਮਾਤਮਾ ਮਾਨਕ ਰੂਪ ਆਪ ਵਰਤਦਾ ਪਿਆ ਹੈ। ਠਾਹਣ ਮੂਲ ਮਚਾਂਗਵਾ,
ਕਿਸੇ ਦੇ ਅੰਦਰ ਫਿੱਕੇ ਬੋਲ ਬੋਲ ਕੇ ਅੰਦਰ ਨੂੰ ਢਾਹ ਨਾ। ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ, ਜੇ ਤਉ ਪ੍ਰਿਆ ਦੀ ਸਿੱਖ ਤਾਂ ਹਿਆਉ ਨਾ ਠਾਹੇ, ਕਈ ਦਾ ਕਿਸੇ ਦੇ ਹਿਰਦੇ ਨੂੰ ਬੋਲ ਕੇ ਤੋੜਨਾ। ਬੇਨਤੀ ਕਰਾਂ, ਇਹ ਈਰਖਾ ਚੋਂ ਨਿਕਲਦੇ ਸ਼ਬਦ ਨੇ, ਇਹਨਾਂ ਦੀ ਜੜ ਈਰਖਾ ਹੈ। ਮਨ ਕਰਕੇ ਬੁਰਾ ਚਿਤਵਨਾ ਹਿੰਸਾ ਹੈ, ਬੜੇ ਸਰਲ, ਕਿਉਂਕਿ ਬੜਾ ਡਿਟੇਲ ਨਾਲੇ ਜੀ ਇਹ ਤਾਂ ਕਈ ਦਿਨ ਚਾਹੀਦੇ ਸਨ ਭਾਈ ਅਜਿੱਤੇ ਨੂੰ ਜਿਹੜਾ ਉਪਦੇਸ਼ ਦਿੱਤਾ। ਦੂਸਰਾ ਜ਼ਬਾਨ ਕਰਕੇ ਹਿੰਸਾ, ਤੇ ਤੀਸਰਾ ਮਹਾਰਾਜ ਕਹਿੰਦੇ ਨੇ ਸਰੀਰਕ ਤੌਰ ਤੇ, ਫਿਜ਼ੀਕਲ ਤੌਰ ਤੇ ਮਾਰਨਾ। ਹੁਣ ਮਨ 'ਚ ਬੜੇ ਸਵਾਲ ਉੱਠਣਗੇ ਵੀ ਅਸੀਂ ਸ਼ਸਤਰਧਾਰੀ ਹਾਂ, ਪਰ ਯਾਦ ਰੱਖਿਓ ਸਿੱਖ ਦਾ ਸ਼ਸਤਰ ਹਿੰਸਾ ਫੈਲਾਉਣ ਵਾਸਤੇ ਨਹੀਂ। ਸਿੱਖ ਜਦੋਂ ਸ਼ਸਤਰ ਚੁੱਕਦਾ ਉਹ ਹਿੰਸਾ ਨੂੰ ਰੋਕਣ ਵਾਸਤੇ ਚੁੱਕਦਾ ਹੈ, ਉਹ ਜ਼ੁਲਮ ਕਰਨ ਵਾਸਤੇ ਨਹੀਂ। ਪਰ ਮੰਨ ਲਓ ਕਿਸੇ ਕੋਲ ਤਾਕਤ ਆ ਜਾਏ, ਐਵੇਂ ਉਹ ਜਣੇ ਖਾਣੇ ਉੱਤੇ ਰੋਬ ਝਾੜੀ ਜਾਏ, ਉਹਨੂੰ ਮਾਰਨਾ ਸ਼ੁਰੂ ਕਰਦਾ, ਕੁੱਟਣਾ ਸ਼ੁਰੂ ਕਰਦਾ। ਮਹਾਰਾਜ ਕਹਿੰਦੇ ਜਿੱਤਿਆ, ਸਭ ਤੋਂ ਪਹਿਲਾਂ ਇਹ 3 ਗੱਲਾਂ ਚੇਤੇ ਰੱਖਿਓ, ਮਨ ਤਾਂ ਟਿਕੇਗਾ। ਹੁਣ ਇਸ ਤੋਂ ਅਗਲਾ ਜਿਹੜਾ ਬਚਨ ਹੈ ਉਸ ਵਿੱਚ ਗੁਰੂ ਜੀ ਕਹਿੰਦੇ ਆ ਕਿ 8 ਤਰ੍ਹਾਂ ਦਾ ਕਾਮ ਹੈ, ਉਹਦੇ ਤੇ ਕੰਟਰੋਲ ਪਾਣਾ ਇਹ ਸਹਿਜ ਯੋਗ ਹੈ। ਉਸ ਦੀ ਪੂਰੀ ਡਿਟੇਲ ਦਿੱਤੀ। ਉਸ ਵਿੱਚ ਇਹ ਕੱਲਾ ਨਹੀਂ ਵੀ ਉਹ ਮਰਦ ਜਾਮੇ ਨੂੰ ਕਿਹਾ, ਇਸਤਰੀਆਂ ਲਈ ਵੀ ਵਰਤਿਆ ਸ਼ਬਦ। ਅੱਖਾਂ ਨਾਲ ਰੂਪ ਦੇਖਣਾ, ਮਨ 'ਚ ਮਲੀਨ ਫੁਰਨੇ ਬਣਾਣੇ, ਕਾਮ ਵਾਸ਼ਨਾ ਦੀਆਂ ਬਾਤਾਂ ਕਰਨੀਆਂ, ਕਾਮ ਵਾਸ਼ਨਾ ਦੀਆਂ ਬਾਤਾਂ ਸੁਣਨੀਆਂ, ਆਪਣੇ ਅੰਦਰ ਨੂੰ ਮਲੀਨਤਾ 'ਚ ਰੱਖਣਾ, ਪਰ ਤਨਗਾਮੀ ਹੋ ਜਾਣਾ। ਮਹਾਰਾਜ ਨੇ ਕਿਹਾ ਇਹ ਹਰ ਤਰ੍ਹਾਂ ਦੀ ਜਿਹੜੀ ਵਾਸ਼ਨਾ ਹੈ ਇਹਦੇ ਉੱਤੇ ਧਾਰਨ, ਇਹਨੂੰ ਰੋਕ ਲਵੇ, ਇਹ ਇੱਕ ਬ੍ਰਹਮਚਰਜ ਹੈ। ਉਸ ਤੋਂ ਬਾਅਦ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਤਿਆ, ਖਿਮਾ ਵਰਗਾ ਗੁਣ ਕੋਈ ਨਹੀਂ। ਤਾਕਤ ਹੋਵੇ ਕਿਸੇ ਨੂੰ ਮਾਫ ਕਰ ਦੇਣਾ, ਇਹ ਬੜਾ ਵੱਡਾ ਗੁਣ ਹੈ। ਅਗਲਾ ਸ਼ਬਦ ਕਿਹਾ ਜਿੱਤਿਆ, ਧੀਰਜ ਰੱਖੀਏ ਤੇ ਮੰਜ਼ਲ ਮਿਲਦੀ ਹੁੰਦੀ ਹੈ। ਇਹ ਸਾਰੇ ਬਚਨ ਹੁੰਦੇ। ਮੈਨੂੰ ਤਾਂ ਇੰਝ ਲੱਗਾ ਕਿ ਜਿਵੇਂ ਭਾਈ ਜਿੱਤੇ ਨੂੰ ਗੁਰੂ ਨਾਨਕ ਸਾਹਿਬ ਆਪਣੇ ਜਪ ਦੀ 38ਵੀਂ ਪੌੜੀ ਪੈ ਸੁਣਾਉਂਦੇ ਆ ਕਿ ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤੇ ਢਾਲ। ਮਹਾਰਾਜ ਸ਼ਬਦ ਵਰਤ ਰਿਹਾ ਇੱਥੇ, ਕਹਿੰਦੇ ਦੇਖ ਕਿ ਧੀਰਜ ਰੱਖਣਾ, ਤੇ ਜਿਹੜੇ ਧੀਰਜ ਰੱਖਦੇ ਨੇ ਉਹ ਮੰਜ਼ਿਲ ਤੇ ਪਹੁੰਚਦੇ ਆ। ਮਹਾਰਾਜ ਕਹਿੰਦੇ ਧਰਤੀ 'ਚ ਬੀਜ ਬੀਜ ਦਈਏ ਤੇ ਕਾਲੇ ਪੈ ਕੇ ਦੂਸਰੇ ਦਿਨ ਨੂੰ ਪੱਟ ਕੇ ਦੇਖਣ ਆ ਜਾਈਏ ਰੁੱਖ ਬਣਿਆ ਕਿ ਨਹੀਂ। ਵੇਟ ਕਰੋ, ਇੰਤਜ਼ਾਰ ਕਰੋ, ਧੀਰਜ ਨਾਲ ਫਲ ਦਾ ਰੁੱਖ ਬਣ ਜਾਂਦਾ ਹੈ। ਧੀਰਜ ਨਾਲ ਬੰਦਾ ਆਪਣੇ ਮੁਕਾਮ ਤੇ ਪਹੁੰਚਦਾ ਹੈ। ਮਹਾਰਾਜ ਕਹਿੰਦੇ ਧੀਰਜ ਧਾਰਨ ਕਰਨਾ। ਉਸ ਤੋਂ ਅਗਲਾ ਸ਼ਬਦ ਕਿਹਾ ਸੰਤੋਖ। ਸੰਤੋਖ ਦਾ ਅਰਥ ਮਜਬੂਰੀ ਨਹੀਂ ਕੀਤਾ। ਮੰਨ ਲਓ ਮੇਰਾ ਹੱਥ ਨਹੀਂ ਪਹੁੰਚਦਾ, ਜੋ ਕੁਝ ਮਿਲਿਆ ਮੈਂ ਕਹਿ ਦਿੱਤਾ ਪਰਮਾਤਮਾ ਇਹ ਮੈਂ ਇਹਦੇ 'ਚ ਹੀ ਸਬਰ ਕਰ ਲਿਆ। ਕਈ ਵਾਰੀ ਸਬਰ ਬੰਦਾ ਉਲਾਮੇ ਦੇ ਰੂਪ ਵਿੱਚ ਵੀ ਲੈ ਜਾਂਦਾ, ਕਹਿੰਦਾ ਜਦ ਜੀ ਅਸੀਂ ਸਬਰ ਕਰ ਲਿਆ। ਨਹੀਂ ਪਿਆਰਿਓ, ਸਬਰ ਮਹਾਰਾਜ ਕਹਿੰਦੇ ਆ ਇਸ ਤਰ੍ਹਾਂ ਹੈ ਕਿ ਜੋ ਕੁਝ ਵੀ ਵਾਪਰੇ ਸੱਚ ਇਹ ਵੇ ਉਹਨੂੰ ਖਿੜੇ ਮੱਥੇ ਅੰਤਰ ਆਤਮੇ ਤੋਂ ਆਨੰਦ ਨਾਲ ਸਵੀਕਾਰ ਕਰ ਲੈਣਾ। ਜਿਹਨੂੰ ਬਾਣੀ 'ਚ ਮਹਾਰਾਜ ਜੀ ਨੇ ਕਿਹਾ ਕਿ ਜੇ ਸੁਖ ਦੇ ਤਾਂ ਤੁਝੈ ਆਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਕੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਗੁਰਮੁਖੋ ਆਖ ਹੈ ਸੰਤੋਖ। ਮਹਾਰਾਜ ਕਹਿੰਦੇ ਇੱਕ ਅੰਤਰ ਆਤਮੇ ਤੋਂ ਤ੍ਰਿਪਤ ਹੋ ਕੇ ਸੰਤੋਖ ਮੰਨਣਾ। ਇਸ ਤੋਂ ਅਗਲੇ ਮਹਾਰਾਜ ਕਹਿੰਦੇ ਨੇ ਕਿ ਸੋਚ, ਜਿਹਨੂੰ ਆਪਾਂ ਇਸ਼ਨਾਨ ਕਹਿੰਦੇ। ਭਾਈ ਜਿੱਤਿਆ ਪਹਿਰ ਰਾਤ ਗਈ, ਇਸ਼ਨਾਨ ਕਰਨਾ ਸਹਿਯੋਗ ਹੈ, ਸਿਮਰਨ ਕਰਨਾ, ਪਰ ਇਸ ਤੋਂ ਅੱਗੇ ਇਸ਼ਨਾਨ ਹੈ ਕਿ ਆਪਣੇ ਮਨ ਦੀ ਮੈਲ ਨੂੰ ਲਾਹਣ ਲਈ ਬਾਣੀ ਤੇ ਰੱਬ ਦੇ ਨਾਮ ਦਾ ਆਸਰਾ ਲੈਣਾ। ਜਿਵੇਂ ਪਾਣੀ ਨਾਲ ਤੇਰੇ ਤਨ ਦੀ ਮੈਲ ਉਤਰੇਗੀ, ਜਿੰਨਾ ਬਾਣੀ ਨਾਲ ਜੁੜੇਗਾ ਇੰਨੀ ਮਨ ਦੇ ਮੈਲੇ ਫੁਰਨਿਆਂ ਦੀ ਮੈਲ ਉਤਰ ਜਾਏਗੀ। ਮਹਾਰਾਜ ਸ਼ਬਦ ਵਰਤ ਰਿਹਾ। ਹੁਣ ਇਸ ਤੋਂ ਅੱਗੇ ਗੁਰੂ ਸਾਹਿਬ ਕਹਿੰਦੇ ਆ ਦਾਨ, ਕਹਿੰਦੇ ਲੋੜਵੰਦ ਦੇ ਮੂੰਹ 'ਚ ਪਾਣਾ, ਇਦੋਂ ਵੱਡਾ ਕੋਈ ਦਾਨ ਨਹੀਂ ਹੋ। ਅਗਲਾ ਸ਼ਬਦ ਵਰਤਿਆ ਅਸਮੇਧ ਜਗ। ਆਪ ਨੂੰ ਪਤਾ ਹੋਵੇ ਅਸਮੇਧ ਜਗ ਪਹਿਲਾਂ ਲੋਕ ਕਰਦੇ ਸਨ ਘੋੜਿਆਂ ਵਾਲੇ। ਕਹਿੰਦੇ ਜਿੰਨੇ ਕਦਮ ਤੂੰ ਸੰਗਤ ਵਿੱਚ ਚੱਲ ਕੇ ਜਾਏਗਾ, ਇੱਕ ਇੱਕ ਕਦਮ ਜਿਹੜਾ ਅਸਮੇਧ ਜਗ ਦਾ ਫਲ ਹੋਵੇਗਾ। ਮਹਾਰਾਜ ਸ਼ਬਦ ਵਰਤ ਰਿਹਾ ਕਿ ਉੱਥੇ ਜਗ ਵਿੱਚ ਘਿਓ ਹਵਨ ਵਿੱਚ ਪਾਇਆ ਜਾਂਦਾ ਹੈ। ਕਹਿੰਦੇ ਨੇ ਇੱਥੇ ਗਿਆਨ ਦਾ ਅਗਨੀ ਬਾਲ ਕੇ ਆਪਣੀ ਅਗਿਆਨਤਾ ਦੀ ਸਮੱਗਰੀ ਵਿੱਚ ਪਾ ਦੇ। ਸੱਚ ਇਹ ਵੇ ਅਗਿਆਨਤਾ ਖਤਮ ਹੋ ਜਾਏਗੀ ਤੇ ਗਿਆਨ ਦਾ ਪ੍ਰਕਾਸ਼ ਹੋ ਜਾਏਗਾ। ਮਹਾਰਾਜ ਨੇ ਇੱਕ ਇੱਕ ਗੱਲ ਸਮਝਾਈ, ਭਾਈ ਜਿੱਤੇ ਨੇ ਸਮਝ ਲਈ ਤੇ ਮਹਾਰਾਜ ਨੂੰ ਫਿਰ ਅਖੀਰ ਤੇ ਕਹਿੰਦਾ ਹੈ
ਕਿ ਮਹਾਰਾਜ ਇੱਕ ਕਿਰਪਾ ਕਰੋ। ਗੁਰੂ ਜੀ ਕਹਿੰਦੇ ਦੱਸੋ। ਕਿ ਇੱਕ ਤਾਂ ਜੋ ਆਪ ਨੇ ਕਿਹਾ ਮੈਂ ਇਹਨੂੰ ਜ਼ਿੰਦਗੀ 'ਚ ਕਮਾ ਸਕਾਂ। ਅਗਲਾ ਸ਼ਬਦ ਸੁਣਿਓ, ਕਹਿੰਦੇ ਬਸ ਇੱਕ ਮੇਰੇ ਤੇ ਮੇਰੇ ਕਰ ਦਿਓ, ਤੇਰਾ ਹੁਕਮ, ਤੇਰਾ ਭਾਣਾ, ਤੇਰੀ ਰਜ਼ਾ, ਜੋ ਕੁਝ ਵੀ ਵਾਪਰੇ ਮੈਂ ਸਾਰੀ ਜ਼ਿੰਦਗੀ ਕਦੀ ਉਸ ਰਜ਼ਾ, ਹੁਕਮ ਤੇ ਭਾਣੇ ਦੇ ਵਿਰੋਧ ਵਿੱਚ ਫੁਰਨਾ ਵੀ ਨਾ ਬਣਾਵਾਂ। ਬਸ ਮੈਨੂੰ ਹੁਕਮੀ ਬੰਦਾ ਬਣਨ ਦੀ ਜਾਚ ਦੱਸ ਦਿਓ, ਇਹ ਕਿਰਪਾ ਕਰੋ। ਕਹਿੰਦੇ ਅਜਿੱਤੇ ਦੇ ਜਦੋਂ ਇਹ ਸ਼ਬਦ ਮੁੱਕਿਆ ਤੇ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਜਿੱਤਿਆ ਜਦ ਤੇਰੇ ਪਿੱਛੇ ਕਈ ਹੋਰ ਤਰਨਗੇ, ਤੇਰੇ ਪਿੱਛੇ ਕਈ ਹੋਰਨਾਂ ਦਾ ਪਾਰ ਉਤਾਰਾ ਹੋਵੇਗਾ। ਇਹ ਭਾਈ ਅਜਿੱਤਾ ਰੰਧਾਵਾ ਹੈ, ਜਿਹਨੂੰ ਯਮ, ਨੇਮ, ਧਿਆਨ, ਧਾਰਨਾ ਇਸ ਸੰਬੰਧੀ ਗੁਰਦੇਵ ਜੀ ਨੇ ਡਿਟੇਲ ਨਾਲ ਸਮਝਾਇਆ, ਪਰ ਉਹਨੂੰ ਦੈਵੀ ਗੁਣਾਂ ਵੱਲ, ਸਹਿਜ, ਜੋਗ, ਪ੍ਰੇਮਾ, ਭਗਤੀ ਵੱਲ